ਹੈਲੋ ਫਰੈਂਡਸ, ਜਿਸ ਤਰ੍ਹਾਂ ਕਿ ਆਪ ਜੀ ਨੇ ਪਿਛਲੇ ਐਪੀਸੋਡ ਵਿੱਚ ਦੇਖਿਆ ਕਿ ਅਸੀਂ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਲਈ ਯਾਤਰਾ ਸ਼ੁਰੂ ਕਰ ਦਿੱਤੀ। ਰਸਤੇ ਵਿੱਚ ਅਨੇਕਾਂ ਸੁੰਦਰ ਨਜ਼ਾਰੇ ਪੈਦਲ ਯਾਤਰਾ ਨੂੰ ਹੋਰ ਮਨੋਰੰਜਕ ਬਣਾ ਰਹੇ ਸਨ। ਅਸੀਂ ਕੁਦਰਤ ਦੀ ਖੂਬਸੂਰਤੀ ਦਾ ਨਜ਼ਾਰਾ ਲੈਂਦੇ ਹੋਏ ਗੁਰਦੁਆਰਾ ਸ਼੍ਰੀ ਗੋਬਿੰਦ ਧਾਮ ਪਹੁੰਚ ਗਏ। ਇਹ ਉਹ ਦਰਖਤ ਹੈ ਜਿੱਥੇ ਕਿ ਸ਼੍ਰੀ ਹੇਮਕੁੰਟ ਸਾਹਿਬ ਦੀ ਖੋਜ ਕਰਨ ਵਾਲੇ ਖੋਜੀ ਰਾਤ ਬਿਤਾਉਣ ਲਈ ਇਸ ਦਰਖਤ ਦੇ ਖੋੜ ਵਿੱਚ ਰਹਿੰਦੇ ਸਨ। ਸਵੇਰੇ ਅਸੀਂ ਆਪਣੀ ਅਗਲੀ ਯਾਤਰਾ ਦੀ ਤਿਆਰੀ ਖਿੱਚ ਦਿੱਤੀ। ਹੁਣ ਸਾਨੂੰ ਗੋਬਿੰਦ ਧਾਮ ਤੋਂ ਸ਼੍ਰੀ ਹੇਮਕੁੰਟ ਸਾਹਿਬ ਲਈ 9 ਕਿਲੋਮੀਟਰ ਦੀ ਸਿੱਧੀ ਚੜ੍ਹਾਈ ਕਰਨੀ ਸੀ, ਜੋ ਕਿ ਕਾਫੀ ਮੁਸ਼ਕਿਲ ਸੀ। ਕਈ ਲੋਕ ਤਾਂ ਮੂੰਹ ਹਨੇਰੇ ਹੀ ਅਗਲੀ ਯਾਤਰਾ ਲਈ ਚੱਲ ਪਏ। ਰੋਸ਼ਨੀ ਲੱਗਣ ਤੇ ਅਸੀਂ ਵੀ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ। ਸਿੱਧੀ ਚੜ੍ਹਾਈ ਹੋਣ ਕਾਰਨ ਬੱਚੇ ਥੱਕ ਗਏ। ਉਹਨਾਂ ਲਈ ਅਸੀਂ ਇੱਕ ਕਾਂਡੀ ਵਾਲੇ ਦਾ ਪ੍ਰਬੰਧ ਕਰ ਦਿੱਤਾ। ਇੱਥੇ ਆਮ ਹੀ ਕਾਂਡੀ ਵਾਲੇ ਅਤੇ ਖੋਤੇ ਤੇ ਸਫ਼ਰ ਕਰਾਉਣ ਵਾਲੇ ਤੁਹਾਨੂੰ ਮਿਲ ਜਾਣਗੇ। ਉਹਨਾਂ ਨਾਲ ਤੁਹਾਨੂੰ ਰੇਟ ਕਰਨਾ ਪਏਗਾ। ਜ਼ਿਆਦਾਤਰ ਯਾਤਰੀਆਂ ਨੂੰ ਉੱਥੇ ਲੁੱਟ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਕਈ ਵਾਰੀ ਇਹ ਲੋਕ ਬਹੁਤ ਜ਼ਿਆਦਾ ਪੈਸੇ ਮੰਗ ਲੈਂਦੇ ਹਨ। ਜਿਉਂ-ਜਿਉਂ ਅਸੀਂ ਉੱਪਰ ਵੱਲ ਚੱਲ ਰਹੇ ਸੀ, ਕੁਦਰਤੀ ਨਜ਼ਾਰੇ ਹੋਰ ਸੋਹਣੇ ਲੱਗ ਰਹੇ ਸਨ। ਥਾਂ-ਥਾਂ ਬਰਫ਼ ਦੇ ਗਲੇਸ਼ੀਅਰ ਬਣੇ ਹੋਏ ਸਨ, ਜੋ ਕਿ ਬਹੁਤ ਹੀ ਸੁੰਦਰ ਦਿਖਾਈ ਦੇ ਰਹੇ ਸਨ। ਬਰਫ਼ ਨੂੰ ਕੱਟ ਕੇ ਰਸਤਾ ਬਣਾਇਆ ਗਿਆ ਸੀ। ਚੜ੍ਹਾਈ ਸਿੱਧੀ ਹੋਣ ਕਾਰਨ ਥੋੜ੍ਹਾ ਜਿਹਾ ਚੜ੍ਹਨ ਤੋਂ ਬਾਅਦ ਹੀ ਸਾਡਾ ਸਾਹ ਫੁੱਲ ਜਾਂਦਾ ਅਤੇ ਅਸੀਂ ਬੈਠ ਕੇ ਕੁਝ ਚਿਰ ਦਮ ਲੈ ਲੈਂਦੇ। ਅਖੀਰ ਨੂੰ ਆਪਾਂ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਪਹੁੰਚ ਗਏ। ਮੈਂ 3 ਸਾਲ ਪਹਿਲਾਂ ਵੀ ਗੁਰਦੁਆਰਾ ਸਾਹਿਬ ਦੀ ਯਾਤਰਾ ਕੀਤੀ ਸੀ। ਇਹ ਉਸ ਸਮੇਂ ਦੀ ਵੀਡੀਓ ਹੈ ਜਦੋਂ ਕਿ ਬਰਫ਼ ਨਹੀਂ ਜੰਮੀ ਹੋਈ ਸੀ ਅਤੇ ਅਸੀਂ ਤਕਰੀਬਨ ਜੂਨ ਜੁਲਾਈ ਦੇ ਮਹੀਨੇ ਵਿੱਚ ਆਏ ਸੀ। ਉਸ ਸਮੇਂ ਧੁੱਪ ਚੜ੍ਹੀ ਹੋਈ ਸੀ। ਪਾਣੀ ਫਿਰ ਵੀ ਇੰਨਾ ਹੀ ਠੰਡਾ ਸੀ। ਲੇਕਿਨ ਹੁਣ ਸਰੋਵਰ ਵਿੱਚ ਵੀ ਥਾਂ-ਥਾਂ ਬਰਫ਼ ਜੰਮੀ ਹੋਈ ਸੀ ਅਤੇ ਠੰਡੀ ਪਾਣੀ ਵਿੱਚ ਜ਼ਿਆਦਾ ਚਿਰ ਇਸ਼ਨਾਨ ਨਹੀਂ ਕੀਤਾ ਜਾ ਸਕਦਾ ਸੀ, ਕਿਉਂਕਿ ਖੂਨ ਜੰਮ ਕੇ ਆਕਸੀਜਨ ਦੀ ਕਮੀ ਹੋਣ ਦਾ ਖਤਰਾ ਸੀ।
ਜਦੋਂ ਅਸੀਂ ਪਹਿਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸਨ ਤਾਂ ਇੰਨੀ ਬਰਫ਼ ਨਹੀਂ ਸੀ। ਹੁਣ ਤਾਂ ਹਰ ਜਗ੍ਹਾ ਬਰਫ਼ ਹੀ ਬਰਫ਼ ਨਜ਼ਰ ਆ ਰਹੀ ਸੀ। ਦਰਬਾਰ ਸਾਹਿਬ ਤੱਕ ਜਾਣ ਲਈ ਵੀ ਬਰਫ਼ ਨੂੰ ਕੱਟ ਕੇ ਰਸਤਾ ਬਣਾਇਆ ਗਿਆ ਸੀ। ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਲੋਕਪਾਲ ਲਕਸ਼ਮਣ ਮੰਦਿਰ ਵੀ ਹੈ। ਲੋਕ ਦੋਨੋਂ ਜਗ੍ਹਾ ਹੀ ਜਾ ਕੇ ਨਤਮਸਤਕ ਹੁੰਦੇ ਹਨ। ਬਰਫ਼ ਦੇ ਵਿੱਚ ਢਕਿਆ ਹੋਇਆ ਸਰੋਵਰ ਦਾ ਨਜ਼ਾਰਾ ਹੋਰ ਵੀ ਵਧੀਆ ਲੱਗ ਰਿਹਾ ਸੀ। ਉੱਪਰ ਹੇਮਕੁੰਟ ਸਾਹਿਬ ਜ਼ਿਆਦਾ ਦੇਰ ਸ਼ਰਧਾਲੂਆਂ ਨੂੰ ਰੁਕਣ ਦੀ ਇਜਾਜ਼ਤ ਨਹੀਂ ਹੁੰਦੀ, ਕਿਉਂਕਿ ਜਿਉਂ-ਜਿਉਂ ਸ਼ਾਮ ਹੁੰਦੀ ਹੈ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਇਸ ਲਈ ਤਕਰੀਬਨ 3 ਵਜੇ ਤੱਕ ਸਾਰੇ ਸ਼ਰਧਾਲੂਆਂ ਨੂੰ ਵਾਪਸ ਹੇਠਾਂ ਵਾਲੇ ਗੋਬਿੰਦ ਧਾਮ ਗੁਰਦੁਆਰੇ ਲਈ ਰਵਾਨਾ ਕਰ ਦਿੱਤਾ ਜਾਂਦਾ ਹੈ। ਰਸਤਾ ਜੰਗਲੀ ਹੋਣ ਕਾਰਨ ਹਨੇਰਾ ਹੋਣ ਤੋਂ ਪਹਿਲੇ ਹੀ ਗੁਰਦੁਆਰਾ ਸਾਹਿਬ ਪਹੁੰਚਣਾ ਹੁੰਦਾ ਹੈ, ਕਿਉਂਕਿ ਰਸਤੇ ਵਿੱਚ ਅਕਸਰ ਹੀ ਤੁਹਾਡਾ ਸਾਹਮਣਾ ਜੰਗਲੀ ਭਾਲੂਆਂ ਨਾਲ ਹੋ ਜਾਂਦਾ ਹੈ। ਚਾਰੋਂ ਪਾਸੇ ਬਰਫ਼ ਹੀ ਬਰਫ਼ ਸੀ। ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਤੇ ਕੁਝ ਦੇਰ ਰੁਕਣ ਤੋਂ ਬਾਅਦ ਅਸੀਂ ਆਪਣੀ ਵਾਪਸੀ ਦੀ ਯਾਤਰਾ ਆਰੰਭ ਕਰ ਦਿੱਤੀ। ਉਤਰਾਈ ਵੇਲੇ ਬੇਸ਼ੱਕ ਸਮਾਂ ਘੱਟ ਲੱਗਦਾ ਹੈ, ਪਰ ਖਤਰਾ ਵੀ ਵੱਧ ਹੁੰਦਾ ਹੈ। ਪੈਰ ਫਿਸਲਣ ਦਾ ਡਰ ਰਹਿੰਦਾ ਹੈ, ਇਸ ਲਈ ਪੈਰ ਨੂੰ ਮਜ਼ਬੂਤੀ ਨਾਲ ਰੱਖਦੇ ਹੋਏ ਤੁਹਾਨੂੰ ਪਹਾੜੀ ਤੋਂ ਉਤਰਨਾ ਪੈਂਦਾ ਹੈ। ਅਸੀਂ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਵਾਪਸ ਚੱਲ ਪਏ। ਹਰ ਪਾਸੇ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਸੀ। ਕਦੇ-ਕਦੇ ਰਸਤੇ ਵਿੱਚ ਥੋੜੇ ਚਿਰ ਲਈ ਮੀਂਹ ਪੈਣ ਲੱਗ ਜਾਂਦਾ। ਅਸੀਂ ਆਪਣੇ ਨਾਲ ਮੀਂਹ ਤੋਂ ਬਚਣ ਲਈ ਬਰਸਾਤੀਆਂ ਵੀ ਰੱਖੀਆਂ ਹੋਈਆਂ ਸਨ। ਜਿਉਂ-ਜਿਉਂ ਸ਼ਾਮ ਪੈ ਰਹੀ ਸੀ, ਮੌਸਮ ਖਰਾਬ ਹੋ ਰਿਹਾ ਸੀ। ਅਖੀਰ ਨੂੰ ਅਸੀਂ ਗੁਰਦੁਆਰਾ ਸ਼੍ਰੀ ਗੋਬਿੰਦ ਧਾਮ ਪਹੁੰਚ ਗਏ। ਰਾਤ ਰੁਕਣ ਤੋਂ ਬਾਅਦ ਅਗਲੇ ਦਿਨ ਅਸੀਂ ਗੋਬਿੰਦ ਧਾਮ ਤੋਂ ਗੋਬਿੰਦ ਘਾਟ ਜਾਣ ਲਈ ਚਾਲੇ ਪਾ ਦਿੱਤੇ। ਰਸਤੇ ਵਿੱਚ ਹੈਲੀਪੈਡ ਵੀ ਬਣਿਆ ਹੋਇਆ ਸੀ, ਜੋ ਕਿ ਤੁਹਾਨੂੰ ਗੋਬਿੰਦ ਘਾਟ ਤੋਂ
ਗੋਬਿੰਦ ਧਾਮ ਤੱਕ ਦਾ ਸਫ਼ਰ ਕਰਨ ਲਈ ਸੁਵਿਧਾ ਦਿੰਦਾ ਹੈ। ਤਕਰੀਬਨ 5 ਤੋਂ 6,000 ਰੁਪਏ ਇੱਕ ਪਾਸੇ ਦਾ ਕਿਰਾਇਆ ਹੁੰਦਾ ਹੈ ਤੇ ਤੁਹਾਡੀ 13 ਕਿਲੋਮੀਟਰ ਦੀ ਪੈਦਲ ਯਾਤਰਾ ਘੱਟ ਜਾਂਦੀ ਹੈ। ਪਰ ਜ਼ਿਆਦਾਤਰ ਸੰਗਤਾਂ ਪੈਦਲ ਚੱਲਣਾ ਹੀ ਪਸੰਦ ਕਰਦੀਆਂ ਹਨ। ਰਸਤੇ ਵਿੱਚ ਜੰਗਲੀ ਇਲਾਕਾ ਹੋਣ ਕਾਰਨ ਸਾਨੂੰ ਆਮ ਹੀ ਬਾਂਦਰ ਅਤੇ ਲੰਗੂਰ ਦੇਖਣ ਲਈ ਮਿਲ ਜਾਂਦੇ ਹਨ। ਸ਼ਾਮ ਨੂੰ ਅਸੀਂ ਗੁਰਦੁਆਰਾ ਗੋਬਿੰਦ ਧਾਮ ਘਾਟ ਪਹੁੰਚ ਗਏ। ਇੱਥੇ ਅਸੀਂ ਨਾਈਟ ਸਟੇ ਕਰਨੀ ਸੀ ਤਾਂ ਜੋ ਥਕਾਵਟ ਉਤਰ ਜਾਂਦੀ ਅਤੇ ਅਗਲੇ ਦਿਨ ਅਸੀਂ ਵਾਪਸੀ ਕਰਨੀ ਸੀ। ਅਸੀਂ ਗੋਬਿੰਦ ਘਾਟ ਪਹੁੰਚ ਕੇ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਵਾਹਿਗੁਰੂ ਨੂੰ ਸ਼ੁਕਰਾਨਾ ਕੀਤਾ ਕਿ ਸਾਡੀ ਇਹ ਪੈਦਲ ਯਾਤਰਾ ਨਿਰਵਿਘਨ ਪੂਰੀ ਹੋ ਗਈ ਸੀ। ਲੰਗਰ ਹਾਲ ਵਿੱਚ ਯਾਤਰੂਆਂ ਲਈ ਹਰ ਵੇਲੇ ਭੋਜਨ ਦਾ ਪ੍ਰਬੰਧ ਹੁੰਦਾ ਹੈ। ਅਸੀਂ ਲੰਗਰ ਛਕਿਆ ਅਤੇ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ। ਅਗਲੇ ਦਿਨ ਅਸੀਂ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਤੋਂ ਵਾਪਸੀ ਲਈ ਚਾਲੇ ਪਾ ਦਿੱਤੇ। ਹੁਣ ਆਪਾਂ ਨਾਈਟ ਸਟੇ ਸ਼੍ਰੀ ਪੌਂਟਾ ਸਾਹਿਬ ਗੁਰਦੁਆਰਾ ਕਰਨੀ ਸੀ। ਇਹ ਇੱਕ ਲੰਬਾ ਸਫ਼ਰ ਸੀ। ਪੌਂਟਾ ਸਾਹਿਬ ਵਿੱਚ ਵੀ ਅਨੇਕਾਂ ਗੁਰੂ ਘਰ ਦੇਖਣ ਯੋਗ ਹਨ। ਅਸੀਂ ਨਾਈਟ ਸਟੇ ਕਰਨ ਤੋਂ ਬਾਅਦ ਉਹ ਗੁਰੂ ਘਰ ਦੇਖ ਕੇ ਹੀ ਵਾਪਸੀ ਟਾਂਡੇ ਵਾਸਤੇ ਚੱਲਣਾ ਸੀ। ਜੈਕਾਰਿਆਂ ਦੀ ਗੂੰਜ ਵਿੱਚ ਅਸੀਂ ਗੋਬਿੰਦ ਘਾਟ ਤੋਂ ਪੌਂਟਾ ਸਾਹਿਬ ਲਈ ਰਵਾਨਾ ਹੋ ਗਏ।